बाबा पौना हरि जी दा बोल साचे दरबार की जय। इस चैनल ते आप सब जी ਦਾ ਸਵਾਗਤ ਹੈ। ਅੱਜ ਅਸੀਂ ਤੁਹਾਡੇ ਨਾਲ ਇਹ ਸਾਂਝਾ ਕਰਨ ਜਾ ਰਹੇ ਹਾਂ ਕਿ ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਤੇ ਉਹਨਾਂ ਦੇ ਬਚਪਨ ਨਾਲ ਸੰਬੰਧਿਤ ਕੁਝ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਸੋ ਇਹ ਸਭ ਜਾਣਨ ਦੇ ਲਈ ਸਾਡੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਜੇ ਵੀਡੀਓ ਚੰਗੀ ਲੱਗੇ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ। ਜਿਵੇਂ ਕਿ ਆਪ ਸਭ ਜੀ ਨੂੰ ਪਤਾ ਹੀ ਹੈ ਕਿ ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਨੂੰ ਕਈ ਨਾਮ ਨਾਲ ਜਾਣਿਆ ਜਾਂਦਾ ਹੈ, ਜਿਵੇਂ ਬਾਬਾ ਪੌਣਾਹਾਰੀ ਜੀ, ਬਾਬਾ ਦੁੱਧਾਧਾਰੀ ਜੀ। ਇਸੇ ਤਰ੍ਹਾਂ ਸਤਯੁਗ ਵਿੱਚ ਬਾਬਾ ਜੀ ਨੂੰ ਸਕੰਦ ਤੇ ਦੁਆਪਰ ਯੁੱਗ ਵਿੱਚ ਮਹਾਕੌਲ ਜੀ ਦੇ ਨਾਮ ਤੋਂ ਜਾਣਿਆ ਜਾਂਦਾ ਸੀ। ਦੁਆਪਰ ਯੁੱਗ ਵਿੱਚ ਇੱਕ ਕਥਾ ਜੋ ਕਿ ਬਹੁਤ ਪ੍ਰਸਿੱਧ ਹੈ। ਬਾਬਾ ਪੌਣਾਹਾਰੀ ਜੀ ਜੋ ਕਿ ਹਰ ਜਨਮ ਵਿੱਚ ਸ਼ਿਵਜੀ ਮਹਾਰਾਜ ਜੀ ਦੇ ਭਗਤ ਬਣੇ। ਦੁਆਪਰ ਯੁੱਗ ਵਿੱਚ ਬਾਬਾ ਜੀ ਦਾ ਨਾਮ ਮਹਾਕੌਲ ਸੀ ਤੇ ਮਹਾਕੌਲ ਜੀ ਹਰ ਸਮੇਂ ਸ਼ਿਵਜੀ ਮਹਾਰਾਜ ਜੀ ਦਾ ਜਾਪ ਕਰਦੇ ਸੀ। ਤੇ ਇੱਕ ਦਿਨ ਉਹਨਾਂ ਦੇ ਮਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਸ਼ਿਵਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਜਾਣ ਤੇ ਉਹਨਾਂ ਤੋਂ ਆਸ਼ੀਰਵਾਦ ਲਿਆ ਜਾਵੇ। ਸੋ ਬਾਬਾ ਪੌਣਾਹਾਰੀ ਜੀ ਸ਼ਿਵਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਲਈ ਚੱਲ ਪਏ ਤੇ ਰਾਸਤੇ ਵਿੱਚ ਉਹਨਾਂ ਨੂੰ ਇੱਕ ਵਿਅਕਤੀ ਮਿਲਿਆ ਜਿਸ ਨੂੰ ਪਤਾ ਲੱਗਾ ਕਿ ਮਹਾਕੌਲ ਜੀ ਸ਼ਿਵਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਲਈ ਜਾ ਰਹੇ ਹਨ ਤੇ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਸ਼ਿਵਜੀ ਮਹਾਰਾਜ ਜੀ ਦੇ ਦਰਸ਼ਨ ਕਰਨੇ ਹਨ ਤਾਂ ਤੁਹਾਨੂੰ ਉਸ ਨਦੀ ਦੇ ਕੰਢੇ ਬੈਠ ਕੇ ਇੰਤਜ਼ਾਰ ਕਰਨਾ ਚਾਹੀਦਾ ਹੈ, ਕਿਉਂਕਿ ਮਾਤਾ ਪਾਰਵਤੀ ਜੀ ਜੋ ਕਿ ਹਰ ਰੋਜ਼ ਇਸ ਨਦੀ ਦੇ ਕੰਢੇ ਇਸ਼ਨਾਨ ਕਰਨ ਦੇ ਲਈ ਆਉਂਦੇ ਹਨ। ਤੇ ਉਸ ਵਿਅਕਤੀ ਦੀ ਗੱਲ ਸੁਣ ਕੇ ਮਹਾਕੌਲ ਜੀ ਉਸ ਨਦੀ ਦੇ ਕੰਢੇ ਬੈਠ ਕੇ ਇੰਤਜ਼ਾਰ ਕਰਨ ਲੱਗੇ, ਜਿੱਥੇ ਮਾਤਾ ਪਾਰਵਤੀ ਜੀ ਰੋਜ਼ ਇਸ਼ਨਾਨ ਕਰਨ ਦੇ ਲਈ ਆਉਂਦੇ ਸੀ। ਤੇ ਮਹਾਕੌਲ ਜੀ ਉਸ ਨਦੀ ਦੇ ਕੰਢੇ ਬੈਠ ਕੇ ਸ਼ਿਵਜੀ ਮਹਾਰਾਜ ਜੀ ਦਾ ਮਨ ਹੀ ਮਨ ਜਾਪ ਕਰਨ ਲੱਗੇ। ਤੇ ਥੋੜੇ ਹੀ ਸਮੇਂ ਬਾਅਦ ਮਾਤਾ ਪਾਰਵਤੀ ਜੀ ਉਸ ਸਥਾਨ ਤੇ ਆ ਪਹੁੰਚੇ ਤੇ ਉਹਨਾਂ ਨੇ ਦੇਖਿਆ ਕਿ ਕੋਈ ਭਗਤ ਜੋ ਕਿ ਸ਼ਿਵਜੀ ਮਹਾਰਾਜ ਜੀ ਦਾ ਜਾਪ ਕਰ ਰਿਹਾ ਹੈ ਤੇ ਉਹਨਾਂ ਦੀ ਭਗਤੀ ਤੋਂ ਬਹੁਤ ਹੀ ਪ੍ਰਸੰਨ ਹੋਏ। ਤੇ ਉਸ ਸਮੇਂ ਮਹਾਕੌਲ ਜੀ ਨੇ ਬੇਨਤੀ ਕੀਤੀ ਕਿ ਮਾਤਾ ਪਾਰਵਤੀ ਜੀ ਤੁਸੀਂ ਮੈਨੂੰ ਸ਼ਿਵਜੀ ਮਹਾਰਾਜ ਜੀ ਨਾਲ ਮਿਲਾ ਦਿਓ ਤੇ ਮੈਂ ਉਹਨਾਂ ਦਾ ਆਸ਼ੀਰਵਾਦ ਲੈਣਾ ਚਾਹੁੰਦਾ ਹਾਂ। ਮਾਤਾ ਪਾਰਵਤੀ ਜੀ ਉਹਨਾਂ ਦੀ ਭਗਤੀ ਤੋਂ ਖੁਸ਼ ਹੋ ਕੇ ਉਹਨਾਂ ਨੂੰ ਆਪਣੇ ਨਾਲ ਲੈ ਗਏ ਤੇ ਅੰਤ ਮਹਾਕੌਲ ਜੀ ਸ਼ਿਵਜੀ ਮਹਾਰਾਜ ਜੀ ਤੱਕ ਪਹੁੰਚ ਗਏ ਤੇ ਉਹਨਾਂ ਨੂੰ ਮਿਲ ਕੇ ਬਹੁਤ ਹੀ ਖੁਸ਼ ਹੋਏ। ਸ਼ਿਵਜੀ ਮਹਾਰਾਜ ਜੀ ਵੀ ਉਹਨਾਂ ਦੀ ਤਪੱਸਿਆ ਤੋਂ ਬਹੁਤ ਖੁਸ਼ ਹੋਏ ਤੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ। ਤੇ ਸ਼ਿਵਜੀ ਮਹਾਰਾਜ ਜੀ ਨੇ ਮਹਾਕੌਲ ਜੀ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਤੁਹਾਨੂੰ ਕਲਯੁਗ ਵਿੱਚ ਤੁਹਾਨੂੰ ਸਿੱਧ ਪ੍ਰਤੀ ਪੂਜਿਆ ਜਾਵੇਗਾ ਤੇ ਬਾਲ ਰੂਪ ਵਿੱਚ ਹੀ ਦੇਖਿਆ ਜਾਵੇਗਾ। ਸ਼ਿਵਜੀ ਮਹਾਰਾਜ ਜੀ ਨੇ ਉਹਨਾਂ ਨੂੰ ਇਹ ਵਰਦਾਨ ਦਿੱਤਾ। ਸੋ ਇਸੇ ਤਰ੍ਹਾਂ ਕਲਯੁਗ ਵਿੱਚ ਗੁਜਰਾਤ ਦੇ ਇੱਕ ਪਿੰਡ ਵਿੱਚ ਬਾਬਾ ਜੀ ਨੇ ਜਨਮ ਲਿਆ। ਬਹੁਤ ਹੀ ਸੋਹਣਾ ਸੁੰਦਰ ਰੂਪ ਦੇਖ ਕੇ ਲੋਕ ਬਹੁਤ ਹੀ ਹੈਰਾਨ ਸੀ ਤੇ ਛੋਟੀ ਹੀ ਉਮਰ ਵਿੱਚ ਉਹਨਾਂ ਦੇ ਘਰ ਵਾਲਿਆਂ ਨੇ ਉਹਨਾਂ ਦਾ ਵਿਆਹ ਕਰਨ ਲਈ ਸੋਚਿਆ ਤੇ ਇਹ ਸਭ ਸੁਣ ਕੇ ਬਾਬਾ ਜੀ ਆਪਣੇ ਘਰ ਤੋਂ ਛੱਡ ਕੇ ਬਾਹਰ ਚਲੇ ਗਏ। ਉਸ ਸਮੇਂ ਉਹਨਾਂ ਦੀ ਉਮਰ ਬਹੁਤ ਹੀ ਘੱਟ ਸੀ ਤੇ ਰਾਸਤੇ ਵਿੱਚ ਹੀ ਉਹਨਾਂ ਦੀ ਮੁਲਾਕਾਤ ਸਵਾਮੀ ਜੀ ਨਾਲ ਹੋਈ ਤੇ ਸਵਾਮੀ ਜੀ ਨੇ ਬਾਬਾ ਜੀ ਨੂੰ ਸਿੱਧੇ ਰਾਹੇ ਪਾਇਆ ਤੇ ਉਦੋਂ ਤੋਂ ਹੀ ਬਾਬਾ ਜੀ ਨੂੰ ਬਾਬਾ ਬਾਲਕ ਨਾਥ ਜੀ ਦੇ ਨਾਮ ਤੋਂ ਲੋਕ ਜਾਣਨ ਲੱਗੇ। ਬਾਬਾ ਜੀ ਇਸੇ ਤਰ੍ਹਾਂ ਅੱਗੇ ਤੋਂ ਅੱਗੇ ਪਿੰਡ ਪਿੰਡ ਚੱਲਦੇ ਰਹੇ ਤੇ ਸ਼ਿਵਜੀ ਮਹਾਰਾਜ ਜੀ ਦਾ ਜਾਪ ਕਰਦੇ ਰਹੇ। ਉਸ ਤੋਂ ਬਾਅਦ ਇੱਕ ਵਾਰ ਬਾਬਾ ਜੀ ਤਪੱਸਿਆ ਕਰਦੇ ਕਰਦੇ ਹਿਮਾਚਲ ਪ੍ਰਦੇਸ਼ ਦੇ ਇੱਕ ਸ਼ਹਿਰ ਵਿੱਚ ਆ ਗਏ। ਉੱਥੇ ਹੀ ਇੱਕ ਗਰੂਣ ਦੇ ਦਰਖਤ ਦੇ ਹੇਠਾਂ ਬੈਠ ਕੇ ਤਪੱਸਿਆ ਕਰਨ ਲੱਗੇ। ਉੱਥੇ ਇੱਕ ਰਤਨੋ ਨਾਮ ਦੀ ਔਰਤ ਰਹਿੰਦੀ ਸੀ ਜੋ ਕਿ ਬਾਬਾ ਜੀ ਦੀ ਦੇਖਭਾਲ ਕਰਦੀ ਸੀ ਤੇ ਉਹਨਾਂ ਨੂੰ ਲੱਸੀ ਰੋਟੀ ਰੋਜ਼ ਹੀ ਦਿੰਦੀ ਸੀ। ਮਾਤਾ ਰਤਨੋ ਜੀ ਜੋ ਕਿ ਬਾਬਾ ਜੀ ਨੂੰ ਆਪਣੇ ਪੁੱਤਰਾਂ ਵਾਂਗ ਸਮਝਦੀ ਸੀ ਤੇ ਬਾਬਾ ਜੀ ਉਸ ਗਰੂਣ ਦੇ ਦਰਖਤ ਦੇ ਹੇਠਾਂ ਬੈਠ ਕੇ
ਤਪੱਸਿਆ ਕਰਦੇ ਰਹਿੰਦੇ ਸੀ ਤੇ ਕਿਹਾ ਜਾਂਦਾ ਹੈ ਕਿ ਬਾਬਾ ਜੀ ਨੇ 12 ਸਾਲ ਉੱਥੇ ਰਹਿ ਕੇ ਤਪੱਸਿਆ ਕੀਤੀ ਤੇ ਰਤਨ ਮਾਤਾ ਜੀ ਦੀਆਂ ਮੱਝਾਂ ਗਾਵਾਂ ਨੂੰ ਵੀ ਚਰਾਉਂਦੇ ਸੀ। ਮਾਤਾ ਜੀ ਦੇ ਪਸ਼ੂ ਜੋ ਕਿ ਆਲੇ ਦੁਆਲੇ ਖੇਤਾਂ ਵਿੱਚ ਚਰਦੇ ਰਹਿੰਦੇ ਸੀ ਤੇ ਬਾਬਾ ਜੀ ਉਸ ਦਰਖਤ ਦੇ ਹੇਠਾਂ ਬੈਠ ਕੇ ਆਪਣੀ ਤਪੱਸਿਆ ਕਰਦੇ ਰਹਿੰਦੇ ਸੀ। ਤੇ ਇੱਕ ਦਿਨ ਮਾਤਾ ਰਤਨੋ ਜੀ ਜੋ ਕਿ ਬਹੁਤ ਹੀ ਗੁੱਸੇ ਵਿੱਚ ਸੀ ਕਿਉਂਕਿ ਬਾਬਾ ਜੀ ਉਹਨਾਂ ਦੇ ਪਸ਼ੂਆਂ ਦਾ ਖਿਆਲ ਨਹੀਂ ਰੱਖਦੇ ਸੀ ਤੇ ਰਤਨੋ ਮਾਤਾ ਜੀ ਨੇ ਗੁੱਸੇ ਵਿੱਚ ਆ ਕੇ ਉਹਨਾਂ ਨੂੰ ਕਿਹਾ ਕਿ ਤੂੰ ਪਸ਼ੂਆਂ ਦਾ ਖਿਆਲ ਕਿਉਂ ਨਹੀਂ ਰੱਖਦਾ? ਤੂੰ ਇਸ ਦਰਖਤ ਦੇ ਹੇਠਾਂ ਹੀ ਬੈਠਾ ਰਹਿੰਦਾ ਹੈ। ਮੈਂ ਤੇਰੇ ਲਈ ਰੋਜ਼ ਲੱਸੀ ਰੋਟੀ ਲੈ ਕੇ ਆਉਂਦੀ ਹਾਂ ਤੇ ਤੂੰ ਇੱਥੇ ਹੀ ਬੈਠਾ ਰਹਿੰਦਾ ਹੈ। ਤੇ ਬਾਬਾ ਜੀ ਮਾਤਾ ਜੀ ਦੇ ਗੁੱਸੇ ਤੋਂ ਬਹੁਤ ਹੀ ਜ਼ਿਆਦਾ ਦੁਖੀ ਹੋ ਗਏ ਤੇ ਆਪ ਬਾਬਾ ਜੀ ਬਹੁਤ ਹੀ ਗੁੱਸੇ ਵਿੱਚ ਆ ਗਏ। ਬਾਬਾ ਜੀ ਨੇ ਉਸ ਦਰਖਤ ਨੂੰ ਹੱਥ ਲਗਾ ਕੇ ਉਸ ਵਿੱਚ ਰੱਖੀਆਂ ਜੋ ਕਿ ਰੋਟੀਆਂ 12 ਸਾਲ ਦੀਆਂ ਸਭ ਪਈਆਂ ਸੀ। ਜਿਸ ਤਰ੍ਹਾਂ ਦੀ ਰੋਟੀਆਂ ਮਾਤਾ ਜੀ ਰੋਜ਼ ਲੈ ਕੇ ਆਉਂਦੇ ਸੀ ਉਸ ਤਰ੍ਹਾਂ ਦੀਆਂ ਹੀ ਰੋਟੀਆਂ ਉਸ ਦਰਖਤ ਦੇ ਵਿੱਚ ਪਈਆਂ ਸੀ। ਜੇ ਰੋਟੀਆਂ ਉਹ ਗਰਮ ਸੀ ਤਾਂ ਗਰਮ ਹੀ ਪਈਆਂ ਸੀ, ਜੇ ਰੋਟੀਆਂ ਉਹ ਠੰਡੀਆਂ ਸੀ ਤਾਂ ਠੰਡੀਆਂ ਹੀ ਪਈਆਂ ਸੀ। ਇਸੇ ਤਰ੍ਹਾਂ ਹੀ ਰੱਖੀਆਂ ਹੋਈਆਂ ਸੀ ਤੇ ਧਰਤੀ ਵਿੱਚ ਇੱਕ ਚਿਮਟਾ ਮਾਰ ਕੇ ਉਸ ਵਿੱਚੋਂ ਸਾਰੀ ਰੱਖੀ ਲੱਸੀ ਬਾਹਰ ਕੱਢ ਦਿੱਤੀ ਤੇ ਕਿਹਾ, ਆ ਚੱਕ ਮਾਤਾ ਆਪਣੀ 12 ਸਾਲ ਦੀ ਲੱਸੀ ਤੇ ਰੋਟੀਆਂ। ਮੈਂ ਤੇਰਾ ਇਹ ਮਿਹਣਾ ਨਹੀਂ ਸੁਣ ਸਕਦਾ ਕਿਉਂਕਿ ਮੈਂ ਤੇਰੀਆਂ ਲੱਸੀ ਤੇ ਰੋਟੀ 12 ਸਾਲ ਦੀ ਇੱਕ ਵੀ ਨਹੀਂ ਖਾਧੀ। ਜਿਵੇਂ ਹੀ ਤੂੰ ਮੇਰੇ ਲਈ ਲੈ ਕੇ ਆਉਂਦੀ ਸੀ ਇਹ ਸਭ ਲੱਸੀ ਰੋਟੀਆਂ ਇਸੇ ਤਰ੍ਹਾਂ ਹੀ ਪਈਆਂ ਹਨ। ਤੇ ਇਸ ਤਰ੍ਹਾਂ ਕਹਿ ਕੇ ਬਾਬਾ ਜੀ ਗੁੱਸੇ ਵਿੱਚ ਆ ਗਏ ਤੇ ਬਾਬਾ ਜੀ ਦਾ ਵਾਹਨ ਜੋ ਕਿ ਮੋਰ ਹੈ ਉਸ ਤੇ ਬੈਠ ਕੇ ਆਪਣੀ ਗੁਫਾ ਵੱਲ ਨੂੰ ਚਲੇ ਗਏ। ਤੇ ਉਸ ਦਿਨ ਤੋਂ ਬਾਅਦ ਉੱਥੇ ਅੱਜ ਵੀ ਉਸ ਗਰੂਨ ਦੇ ਦਰਖਤ ਹੇਠਾਂ ਬਾਬਾ ਜੀ ਦਾ ਮੰਦਿਰ ਬਣਿਆ ਹੋਇਆ ਹੈ ਤੇ ਬਾਬਾ ਜੀ ਦੇ ਨਾਮ ਤੇ ਬਹੁਤ ਵੱਡਾ ਵਿਸ਼ਾਲ ਮੇਲਾ ਵੀ ਲੱਗਦਾ ਹੈ। ਜੈਕਾਰਾ ਬਾਬਾ ਪੌਣਾ ਹਰੀ ਜੀ ਦਾ, ਬੋਲ ਸਾਚੇ ਦਰਬਾਰ ਕੀ ਜੈ।